जो सिमरै सो जीवै। जिसनो कर्म प्राप्त होवै सो जन निर्मल थीवै। मैं तान दी बाण तू है मेरे स्वामी। मैं तुद आगे अरदास। मैं होर थाओ नहीं जिस पै करूं बेनंती। मेरा दुख सुख तुझी पास। जे सुख देहें तां तुझे आराधी। दुख भी तुझे ध्याई। जे भुख देहें तां इत ही राजां। दुख विच सुख मनाई। जाको हर रंग लागो इस जुग में है सो कहियत है सूरा। आत्म जिणे सगल वसता कै जाका सतगुर पूरा। ठाकुर गाइए आत्म रंग शरणी पावन नाम ध्यावन। सहज समावण संग रहाओ। जन कै चरण वसै मेरे हीरे। संग पुनीता देही। जन की धूर देहो कृपा निध। नानक कै सुख एही। परम सन्मानयोग जुगो जुग अटल हाजरा हजूर सर्व कला भरपूर। नाम बाणी के बोहित हलत पलत सवार देने वाले गरीब नवाज धन धन साहिब श्री गुरु ग्रंथ साहिब सच्चे पातशाह महाराज। तिन्हां दी पावन पवित्र हजूरी अंदर सज बैठे गुरु प्यारे गुरु सवारे सत्कारयोग सत संगी जनों। आओ सब तो पहला गुरु फतेह ना सांझ करिए। कोई भी रसना गुरु फतेह तो वांझी ना रहे। इको बारी कहने ते सरबत संगत गज के आखो जी वाहिगुरू जी का खालसा वाहिगुरू जी की फतेह। मेरे तो पहला बड़े प्यार दे नाल गुरु प्यारिਆਂ पासों तुर की बाणी का शब्द कीर्तन आप जी ने श्रवण किया। बड़ी इकाग्रता के नाल बैठ के गुरबाणी नूं बड़े वजद दे विच पढ़िया जा रहा सी। बड़े प्यार नाल तुसीं श्रवण कर रहे सी। ये नेक उपराला शहीदां की याद विच सफरे शहादत ये शहीदी दिनां नूं याद करदे हां।
ਆਪਣੇ ਛੋਟੇ ਭਰਾਤਾ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਿਰਧ ਮਾਂ 82 ਸਾਲ ਦੀ ਬਜ਼ੁਰਗ ਮਾਂ ਮਾਤਾ ਗੁਜਰ ਕੌਰ ਜੀ ਅਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਰ ਉਪਕਾਰਾਂ ਨੂੰ ਚੇਤੇ ਕਰਦੇ ਹਾਂ। ਰਾਤਰੀ ਦੇ ਦੀਵਾਨਾਂ ਵਿੱਚ ਸੱਜ ਕੇ ਬੈਠੇ ਹੋ ਗੁਰੂ ਕੇ ਪਿਆਰਿਓ। ਐਸੇ ਮਹਾਨ ਕਾਰਜ ਜਿਹੜੇ ਗੁਰਸਿੱਖ ਪਿਆਰੇ, ਕੌਮ ਦਾ ਦਰਦ ਰੱਖਣ ਵਾਲੇ, ਆਪਣੇ ਇਤਿਹਾਸ ਨਾਲ ਤਵਾਰੀਖ ਦੇ ਨਾਲ ਸਨੇਹ ਰੱਖਣ ਵਾਲੇ, ਗੁਰਬਾਣੀ ਨਾਲ ਪਿਆਰ ਤੇ ਸ਼ਰਧਾ ਭਾਵਨਾ ਰੱਖਣ ਵਾਲੇ ਗੁਰਸਿੱਖ ਪਿਆਰੇ ਅਜਿਹੇ ਕਾਰਜ ਉਲੀਕ ਕੇ ਆਪਣੀ ਕੌਮ ਨੂੰ ਨਵੀਆਂ ਪੈੜਾਂ ਦਿੰਦੇ ਨੇ। ਕਿਉਂਕਿ ਅਸਲ ਵਿੱਚ ਕਿਸਾਨ ਉਹ ਹੋਇਆ ਕਰਦਾ ਜਿਹੜਾ ਕਿਸਾਨ ਫਸਲ ਬੀਜ ਕੇ ਤੇ ਉਹਦਾ ਧਿਆਨ ਵੀ ਰੱਖੇ, ਉਹਨੂੰ ਸਮੇਂ ਸਿਰ ਪਾਣੀ ਦੇਵੇ, ਉਹਨੂੰ ਪਸ਼ੂਆਂ ਤੋਂ, ਉਹਨੂੰ ਕੀੜੇ ਮਕੌੜਿਆਂ ਤੋਂ ਬਚਾਵੇ, ਧਿਆਨ ਰੱਖੇ ਤਾਂ ਕਿ ਉਹ ਫਸਲ ਪ੍ਰਫੁੱਲਤ ਹੋਵੇਗੀ ਤੇ ਮੰਡੀ ਵਿੱਚ ਜਾਵੇਗੀ ਤੇ ਉਹਦਾ ਮੁੱਲ ਵੱਟੇਗਾ, ਕਿਸਾਨ ਨੂੰ ਲਾਭ ਹੋਵੇਗਾ। ਸਿਆਣਾ ਕਿਸਾਨ ਉਹ ਹੈ ਜਿਹੜਾ ਜਾਗਦਾ ਰਹਿੰਦਾ ਫਸਲ ਬੀਜ ਕੇ। ਉਹਨੂੰ ਕਿਸਾਨ ਨਹੀਂ ਮੰਨਿਆ ਜਾਂਦਾ ਜਿਹੜਾ ਫਸਲ ਬੀਜ ਦੇਵੇ ਤੇ ਘਰ ਜਾ ਕੇ ਸੌਂ ਜਾਵੇ, ਭਾਵੇਂ ਉਹਨੂੰ ਪਾਣੀ ਆਵੇ ਚਾਹੇ ਨਾ ਆਵੇ। ਕਈ ਵਾਰੀ ਫਸਲਾਂ ਸੋਕੇ ਨਾ ਸੁੱਕ ਜਾਂਦੀਆਂ। ਇੱਦਾਂ ਹੀ ਹੋਇਆ ਕੁਝ ਸਮਾਂ, ਬਹੁਤ ਲੰਬਾ ਸਮਾਂ ਮੇਰੀ ਕੌਮ ਦੇ ਆਗੂਆਂ ਨੇ ਆਪਣੀ ਅਣਗਹਿਲੀ ਕਰਕੇ ਸਾਡੀ ਕੌਮ ਦੀ ਪਨੀਰੀ ਨੂੰ ਧਰਮ ਦਾ, ਗੁਰਮਤ ਦੀ ਸਿੱਖਿਆ ਦਾ ਜਿਹੜਾ ਅੰਮ੍ਰਿਤ ਜਾਲੋ ਦਿੱਤਾ ਹੀ ਨਹੀਂ। ਬਹੁਤ ਵੱਡੀ ਗਲਤੀ ਸਾਡੀ ਕੌਮ ਦੇ ਕੁਝ ਆਗੂਆਂ ਤੋਂ, ਕੁਝ ਉਹਨਾਂ ਸਿਆਣੇ ਵਿਚਾਰਵਾਨਾਂ ਤੋਂ ਜਿਹੜੇ ਕੇਵਲ ਕੁਝ ਕੁ ਦਾਇਰੇ ਦੇ ਵਾਸਤੇ ਲਈ ਸੀਮਤ ਰਹਿ ਗਏ, ਜਿਨ੍ਹਾਂ ਨੇ ਅੱਗੇ ਤੋਂ ਅੱਗੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਵੰਡਿਆ ਨਹੀਂ। ਜਿਹੜਾ ਸਿਧਾਂਤ ਗੁਰੂ ਸਾਹਿਬ ਨੇ ਦਿੱਤਾ ਨਾ, ਵੰਡ ਕੇ ਛਕਣਾ, ਇਹਦਾ ਅਰਥ ਇਹ ਨਹੀਂ ਹੈ ਕਿ ਗੁਰੂ ਘਰ ਵਿੱਚ ਦੇਗ ਬਣੀ ਹੈ, ਕੜਾਹ ਪ੍ਰਸ਼ਾਦੀ ਤੇ ਬਸ ਓਨੀ ਕੁ ਵੰਡ ਲਓ। ਵੰਡ ਕੇ ਛਕਣ ਦਾ ਅਰਥ ਕਿ ਜੋ ਮੇਰੇ ਕੋਲ ਹੈ ਗੁਰਮਤ, ਉਹਨੂੰ ਮੈਂ ਦੂਜਿਆਂ ਵਿੱਚ ਵੀ ਵੰਡਾਂ। ਜੋ ਮੇਰੀ ਚੰਗਿਆਈ ਹੈ ਉਹਨੂੰ ਮੈਂ ਦੂਜਿਆਂ ਵਿੱਚ ਵੀ ਵੰਡਾਂ, ਦੂਜਿਆਂ 'ਚ ਵੀ ਵੰਡਾਂ, ਤਾਂ ਕਿ ਦੂਜਿਆਂ ਨੂੰ ਵੀ ਪਤਾ ਲੱਗੇ ਕਿ ਸੱਚ ਕੀ ਹੈ, ਚੰਗਾ ਜੀਵਨ ਕੀ ਹੁੰਦਾ ਹੈ, ਗੁਰਮਤ ਕੀ ਹੈ, ਮਰਿਆਦਾ ਕੀ ਹੈ, ਧਰਮ ਕੀ ਹੈ। ਬਹੁਤੀ ਵਾਰ ਬੰਦਾ ਧਰਮ ਦਾ ਲਿਬਾਸ ਪਾ ਕੇ ਧਰਮੀ ਦਿਸਣਾ ਚਾਹੁੰਦਾ, ਪਰ ਧਰਮੀ ਬਣਨਾ, ਬੋਲੋ ਸਾਧ ਸੰਗਤ, ਨਹੀਂ ਚਾਹੁੰਦਾ। ਧਰਮੀ ਦਿਸਣ ਵਿੱਚ ਤੇ ਧਰਮੀ ਬਣਨ ਵਿੱਚ ਤਾਂ ਅੰਤਰ ਹੁੰਦਾ ਹੈ। ਆਰਮੀ ਦੀ ਵਰਦੀ ਪਹਿਨ ਕੇ ਬੰਦਾ ਕੋਈ ਮਾਣ ਕਰੇ, ਫਖਰ ਕਰੇ ਕਿ ਮੈਂ ਤਾਂ ਜਵਾਨ ਹਾਂ ਆਰਮੀ ਦਾ, ਪਰ ਉਹਨੂੰ ਤਾਂ ਪਤਾ ਹੀ ਨਹੀਂ ਕਿ ਆਰਮੀ ਦੇ ਰੂਲ ਕੀ ਨੇ, ਉਹਨੂੰ ਤਾਂ ਪਤਾ ਹੀ ਨਹੀਂ ਦੇ ਬਾਰੇ। ਕੋਈ ਕਾਲੇ ਰੰਗ ਦਾ ਕੋਟ ਪਹਿਨ ਕੇ ਤੇ ਮਾਣ ਕਰੇ, ਇਸ ਗੱਲ ਦਾ ਫਖਰ ਕਰੇ ਮੈਂ ਤਾਂ ਵਕੀਲ ਹਾਂ, ਉਹਨੇ ਤਾਂ ਲਾਅ ਪੜ੍ਹਿਆ ਹੀ ਕੋਈ ਨਹੀਂ, ਉਹਨੂੰ ਤਾਂ ਕਾਨੂੰਨ ਬਾਰੇ ਹੀ ਨਹੀਂ ਪਤਾ, ਉਹਨੇ ਤਾਂ ਕੇਵਲ ਵਰਦੀ ਪਹਿਨੀ ਹੋਈ ਹੈ। ਬੱਚੇ ਨੇ ਸਕੂਲ ਦੀ ਯੂਨੀਫਾਰਮ ਪਹਿਨ ਲਈ ਆ, ਟਾਈ ਲਾ ਲਈ ਹੈ, ਬੈਗ ਮੋਢਿਆਂ ਤੇ ਪਾ ਲਿਆ ਤੇ ਸਕੂਲ ਇੱਕ ਦਿਨ ਵੀ ਨਹੀਂ ਗਿਆ, ਉਹਨੂੰ ਸਿਲੇਬਸ ਬਾਰੇ ਪਤਾ ਨਹੀਂ। ਆਪਾਂ ਕੀ ਕਵਾਂਗੇ ਕਿ ਇਹ ਸਕੂਲ ਦਾ ਸਟੂਡੈਂਟ ਹੈ। ਜਿਸ ਦਿਨ ਐਗਜ਼ਾਮ ਹੋਣਗੇ ਫੇਲ ਹੋ ਜਾਵੇਗਾ, ਪੇਪਰ ਹੋਵੇਗਾ ਫੇਲ ਹੋ ਜਾਵੇਗਾ। ਅਸਲੀ ਸਟੂਡੈਂਟ ਉਹੀ ਹੈ ਜਿਹੜਾ ਸਕੂਲ ਦੇ ਰੂਲ ਨੂੰ ਸਮਝਦਾ ਹੈ, ਸਮੇਂ ਸਿਰ ਸਕੂਲ ਜਾਂਦਾ ਹੈ, ਸਿਲੇਬਸ ਪੜ੍ਹਦਾ ਹੈ, ਥਿਊਰੀ ਪੜ੍ਹਦਾ ਹੈ, ਪ੍ਰੈਕਟੀਕਲ ਜਾਣਦਾ, ਉਹਨੂੰ ਸਟੂਡੈਂਟ ਆਖਿਆ ਜਾਂਦਾ। ਵਕੀਲ ਉਹੀ ਹੈ ਜਿਹਨੇ, ਹੋ ਸਕਦਾ ਕਿਸੇ ਵਕੀਲ ਦੇ ਕੱਪੜੇ ਚਿੱਟੇ ਰੰਗ ਦੇ ਵੀ ਹੋਣ, ਪਰ ਉਹਨੂੰ ਲਾਅ ਬਾਰੇ ਪਤਾ, ਉਹਨੂੰ ਕਾਨੂੰਨ ਬਾਰੇ ਪਤਾ, ਉਹਨੂੰ ਵਿਧਾਨ ਬਾਰੇ ਪਤਾ, ਉਹਨੂੰ ਪਤਾ ਵੀ ਮੈਂ ਕਿਵੇਂ ਜਾ ਕੇ ਅਦਾਲਤ ਦੇ ਵਿੱਚ ਮੁਜਰਮ ਦੇ ਹੱਕ ਵਿੱਚ ਖੜਨਾ, ਉਹਨੂੰ ਪਤਾ ਮੈਂ ਕਿਹੜੀਆਂ ਦਲੀਲਾਂ ਦੇਣੀਆਂ ਉੱਥੇ ਜਾ ਕੇ। ਤੋਂ ਮੈਂ ਬੇਨਤੀ ਕਰਨ ਲੱਗਾ ਸੀ, ਧਰਮ ਲਿਬਾਸ ਦਾ ਨਾਮ ਨਹੀਂ ਹੈ, ਧਰਮ ਪਹਿਰਾਵਿਆਂ ਦਾ ਨਾਮ ਨਹੀਂ ਹੈ। ਇੱਕ ਸਾਡੀ ਕੌਮ ਦਾ ਵਿਧਾਨ ਹੈ ਕਿ ਜਿਵੇਂ ਬਾਕੀ ਕੌਮਾਂ ਦੇ ਵਿੱਚ ਆਪਣੀ ਆਪਣੀ ਨਿਸ਼ਾਨੀ ਜਾਓ, ਆਪਣੇ ਆਪਣੇ ਚਿੰਨ੍ਹ ਵਰਤਦੇ, ਪਰ ਸਾਡੀ ਕੌਮ ਦਾ ਵਿਧਾਨ ਜੋ ਕਰਤਾ ਪੁਰਖ ਵਾਹਿਗੁਰੂ ਨੇ ਸਾਬਤ ਸੂਰਤ ਮਨੁੱਖ ਨੂੰ ਦੁਨੀਆ 'ਚ ਭੇਜਿਆ, ਉਸ ਕਾਇਦੇ ਕਾਨੂੰਨ ਦੀ, ਕਰਤਾ ਪੁਰਖ ਵਾਹਿਗੁਰੂ ਦੇ ਉਸ ਬਣਾਏ ਹੋਏ ਕਾਇਦੇ ਦੀ ਪਾਲਣਾ ਕਰਨੀ ਮੇਰੀ ਕੌਮ ਦਾ ਅਸੂਲ ਹੈ। ਇਸ ਲਈ ਸਾਬਤ ਸੂਰਤ ਰਹਿਣਾ ਸਾਡੇ ਵਾਸਤੇ ਬੜਾ ਜ਼ਰੂਰੀ ਹੈ। ਦੂਸਰੀ ਗੱਲ ਜਿਹੜੀ ਮੈਂ ਕਰਨ ਲੱਗਾ ਸੀ, ਬਹੁਤ ਵਾਰੀ ਲਿਬਾਸ ਨੂੰ ਜਿਹੜੀ ਹੈ ਬੰਦਾ ਪਹਿਲ ਦਿੰਦਾ ਹੈ, ਲਿਬਾਸ ਨੂੰ ਧਰਮ ਮੰਨ ਲੈਂਦਾ ਹੈ, ਧਰਮੀ ਦਿਸਣਾ ਚਾਹੁੰਦਾ, ਧਰਮੀ ਬਣਨਾ ਨਹੀਂ ਚਾਹੁੰਦਾ। ਜਿੰਨਾ ਕੁਝ ਬੰਦਾ ਬਾਹਰੋਂ ਕਰਦਾ ਨਾ, ਸੱਚਮੁੱਚ ਜੇ ਅੰਦਰੋਂ ਹੀ ਉਹ ਬਣ ਜਾਵੇ ਨਾ, ਤੇ ਦੁਨੀਆ ਦਾ ਨਕਸ਼ਾ ਕੁਝ ਹੋਰ ਹੋਵੇਗਾ।
ਤੁਸੀਂ ਦੇਖਿਓ ਤਕਰੀਰਾਂ ਕਿਧਰੇ ਲੀਡਰ ਲੋਕ ਤਕਰੀਰਾਂ ਕਰਦੇ ਨੇ ਨਾ, ਜਿਹੜੀਆਂ ਤਕਰੀਰਾਂ ਕਰਦੇ ਸੱਚਮੁੱਚ ਉਹ ਪ੍ਰੈਕਟੀਕਲ ਹੋ ਜਾਵੇ ਨਾ, ਤੇ ਸਮਾਜ ਵਾਲੇ ਲੋਕ ਕਦੇ ਧਰਨੇ ਨਾ ਲਾਉਣ, ਸਮਾਜ ਦੇ ਲੋਕ ਕਦੇ ਪ੍ਰੋਟੈਸਟ ਨਾ ਕਰਨ। ਸੱਚਮੁੱਚ ਜਿਹੜੀਆਂ ਤਕਰੀਰਾਂ ਲੀਡਰਾਂ ਨੇ ਕੀਤੀਆਂ ਸਟੇਜਾਂ ਤੇ ਬੈਠ ਕੇ, ਜੇ ਉਹਨਾਂ ਤਕਰੀਰਾਂ ਦੇ ਮੁਤਾਬਕ ਉਹ ਚੱਲਣ, ਕਿਸੇ ਨੂੰ ਪ੍ਰੋਟੈਸਟ ਦੀ ਲੋੜ ਨਹੀਂ ਪਵੇਗੀ, ਹਰ ਬੰਦਾ ਸੁਖੀ ਹੋਵੇਗਾ। ਇਹਦਾ ਅਰਥ ਬੰਦਾ ਜ਼ੁਬਾਨ ਤੋਂ ਕੁਝ ਹੋਰ ਹੈ, ਵੇਖਣ ਤੋਂ ਕੁਝ ਹੋਰ ਹੈ, ਬੋਲਣ ਤੋਂ ਕੁਝ ਹੋਰ ਹੈ, ਪਰ ਆਤਮਿਕ ਜੀਵਨ ਤੋਂ ਕੁਝ ਹੋਰ ਹੈ। ਲਿਬਾਸ ਤੇ ਸੁੱਚਾਨੰਦ ਦਾ ਵੀ ਬੜਾ ਸੋਹਣਾ ਸੀ। ਲਿਬਾਸ ਤੇ ਉਹਨੇ ਵੀ ਧਰਮੀਆਂ ਵਾਲਾ ਪਾਇਆ ਸੀ, ਉਹ ਵੀ ਤਾਂ ਧਰਮੀ ਸੀ ਨਾ। ਵਜ਼ੀਦ ਖਾਨ ਵੀ ਆਪਣੇ ਆਪ ਵਿੱਚ ਧਰਮੀ ਸੀ ਨਾ, ਪਰ ਸੱਚ ਜਾਣਿਓ ਜਿਹੜਾ ਬਾਹਰੀ ਲਿਬਾਸ ਸੀ ਨਾ, ਉਹ ਅੰਦਰ ਨਹੀਂ ਸੀ ਹੈਗਾ। ਉਸ ਕਾਜੀ ਦੇ ਹੱਥ ਵਿੱਚ ਫੜੀ ਹੋਈ ਤਸਬੀਹ, ਜਿਹੜਾ ਬਾਰ-ਬਾਰ ਉਸ ਤਸਬੀਹ ਦਾ ਮਣਕਾ ਫੇਰ ਰਿਹਾ ਸੀ, ਬਾਰ-ਬਾਰ ਉਹ ਤਸਬੀਹ ਨੂੰ ਫੇਰ ਰਿਹਾ ਸੀ। ਚੇਤਾ ਰੱਖਿਓ, ਉਹ ਬਾਹਰੋਂ ਧਰਮੀ ਦਿਸ ਰਿਹਾ, ਪਰ ਜਦੋਂ ਫਤਵਾ ਜਾਰੀ ਕਰਦਾ ਨਾ ਸ਼ਰਅ ਦੇ ਮੁਤਾਬਕ ਬੱਚਿਆਂ ਨੂੰ, ਕਿਧਰੇ ਵੀ ਕੁਰਾਨ ਦੇ ਮੁਤਾਬਕ ਬੱਚਿਆਂ ਤੇ ਔਰਤ ਤੇ ਜ਼ੁਲਮ ਕਰਨਾ ਕਿਧਰੇ ਵੀ ਨਹੀਂ ਪ੍ਰਵਾਨ। ਪਰ ਧਿਆਨ ਦਿਓ, ਜਦੋਂ ਫਤਵਾ ਜਾਰੀ ਕਰਨ ਵਾਲਾ ਫਤਵਾ ਜਾਰੀ ਕਰਦਾ, ਉਦੋਂ ਇਹ ਲਿਖ ਦਿੰਦਾ ਉਸ ਫਤਵੇ ਦੇ ਵਿੱਚ ਕਿ ਇਹਨਾਂ ਨੂੰ ਜਿਉਂਦਿਆਂ ਨੂੰ ਦੀਵਾਰਾਂ ਦੇ ਵਿੱਚ ਚਿਣ ਦਿੱਤਾ ਜਾਵੇ। ਇਹਦਾ ਅਰਥ ਧਿਆਨ ਨਾਲ ਸਮਝਣਾ ਸਾਸਨ। ਇਸ ਗੱਲ ਦਾ ਅਰਥ ਹੈ ਕਿ ਧਰਮ ਰਾਜਨੀਤੀ ਦੇ ਅਧੀਨ ਹੋ ਕੇ ਚੱਲਦਾ ਹੈ। ਧਰਮ ਦਿਖਾਵੇ ਦਾ ਬੰਦੇ ਦੇ ਕੋਲ ਰਹਿ ਗਿਆ, ਧਰਮ ਪ੍ਰੈਕਟੀਕਲੀ ਜੀਵਨ ਵਿੱਚ ਨਹੀਂ ਹੈਗਾ। ਮਾਫ ਕਰਨਾ, ਬਹੁਤ ਸਾਰੇ, ਬਹੁ ਗਿਣਤੀ, ਕੁਝ ਕੁ ਨੂੰ ਛੱਡ ਕੇ ਬਹੁ ਗਿਣਤੀ ਨੇ ਧਰਮ ਦਿਖਾਵੇ ਨੂੰ ਬਣਾ ਲਿਆ। ਧਰਮ ਕੀ ਹੈ? ਧਰਮ ਤਾਂ ਇੱਕ ਜ਼ਿੰਦਗੀ ਜਿਉਣ ਦਾ ਤਰੀਕਾ ਹੈ। ਧਰਮ ਤਾਂ ਸੁਚੱਜੇ ਜੀਵਨ ਦਾ ਨਾਮ ਹੈ। ਧਰਮ ਤਾਂ ਅਟਲ ਸੱਚਾਈ ਦਾ ਨਾਮ ਹੈ। ਧਰਮ ਤਾਂ ਇੱਕ ਜੀਵਨ ਜਾਂਚ ਦਾ ਨਾਮ ਹੈ। ਜਿਸ ਦਿਨ ਸਾਨੂੰ ਆਪਣੇ ਫਰਜ਼ਾਂ ਦੀ ਪੂਰਤੀ ਕਰਨੀ ਆ ਗਈ ਨਾ, ਸਾਧ ਸੰਗਤ ਗੌਰ ਨਾਲ ਸਮਝਿਓ, ਧਿਆਨ ਨਾਲ, ਜਿਸ ਦਿਨ ਬੰਦਾ ਆਪਣੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ, ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਗਿਆ ਨਾ, ਮੇਰੇ ਕੁਝ ਫਰਜ਼ ਨੇ। ਅੱਜ ਤੁਸੀਂ ਧਿਆਨ ਨਾਲ ਸਮਝਿਓ ਇਸ ਗੱਲ ਨੂੰ। ਕੋਈ ਬੰਦਾ ਗਲਤ ਕਰਮ ਕਰਦਾ ਹੋਵੇ ਨਾ, ਉੱਥੇ ਅਸੀਂ ਆਪਣਾ ਪੈਰ ਪਿੱਛੇ ਖਿੱਚ ਲੈਂਦੇ ਹਾਂ ਕਿ ਸਾਨੂੰ ਇਸ ਗੱਲ ਨਾਲ ਕੀ ਗਲਤ ਕਰਮ ਤਾਂ ਇਹ ਕਰ ਰਿਹਾ। ਪਰ ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗਲਤ ਕਰਮ ਕਰਦੇ ਲੋਕਾਂ ਨੂੰ ਵੇਖਿਆ ਨਾ, ਸਤਿਗੁਰੂ ਮਹਾਰਾਜ ਨੇ ਉਹਨਾਂ ਦੇ ਦਰਦ ਨੂੰ ਆਪਣੇ ਹਿਰਦੇ ਵਿੱਚ ਸਮੋ ਕੇ 1507 ਈਸਵੀ ਨੂੰ ਸੁਲਤਾਨਪੁਰ ਦੀ ਧਰਤੀ ਤੋਂ ਵੇਈ ਦੇ ਕੰਢੇ ਤੋਂ ਸਫ਼ਰ ਸ਼ੁਰੂ ਕੀਤਾ, ਜਿਹੜਾ ਸ਼ਹਾਦਤਾਂ ਦਾ ਸਫ਼ਰ ਆਪਾਂ ਤੱਕਦੇ ਹਾਂ ਨਾ ਅੱਜ ਦੇ ਦਿਨਾਂ ਦੇ ਵਿੱਚ, ਜਾ ਕੇ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਜਾਂ ਉਹਨਾਂ ਨੂੰ ਯਾਦ ਕਰਦੇ ਹਾਂ। ਇਹ ਸਫ਼ਰ ਕੱਲਾ ਆਨੰਦਪੁਰ ਸਾਹਿਬ ਤੋਂ ਸਰਹੰਦ ਤੱਕ ਤੇ ਜਾਂ ਰੋਪੜ ਤੱਕ ਦਾ ਨਹੀਂ ਹੈ, ਚੇਤਾ ਰੱਖਿਓ, ਚਮਕੌਰ ਤੱਕ ਦਾ ਹੀ ਨਹੀਂ ਹੈ। ਇਹ ਸਫ਼ਰ ਦੀ ਸ਼ੁਰੂਆਤ 1507 ਈਸਵੀ ਨੂੰ ਉਸ ਦਿਨ ਆਰੰਭ ਹੋਈ ਸੀ, ਵੇਈ ਦੇ ਕੰਢੇ ਤੋਂ। ਇਹ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਹੈ, ਚੇਤਾ ਰੱਖਿਓ ਸਾਧ ਸੰਗਤ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਗਾਉਂਦੇ ਨੇ, ਰਬਾਬ ਦੀ ਮਿੱਠੀ ਧੁਨ ਚੱਲਦੀ ਹੈ ਨਾ, ਇੱਕ ਦਿਨ ਉਹ ਵੀ ਆਉਂਦਾ ਜਿਸ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਣਜੀਤ ਨਗਾਰਾ ਖੜਕਦਾ ਹੈ ਤੇ ਪਹਾੜੀ ਰਾਜੇ ਥਰ ਥਰ ਕੰਬਦੇ। ਗੁਰੂ ਨਾਨਕ ਸਾਹਿਬ ਜੀ ਦੀ ਥਿਊਰੀ, ਸਾਧ ਸੰਗਤ ਮੈਂ ਬੇਨਤੀ ਕਰਦਾ ਜਾਵਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਭਗਤ ਸਾਹਿਬਾਨ, ਭਗਤ ਨਾਮਦੇਵ ਸਾਹਿਬ, ਭਗਤ ਕਬੀਰ ਵਰਗੇ, ਭਗਤ ਰਵਿਦਾਸ ਜੀ ਵਰਗੇ, ਇਹ ਬੜੇ ਸੂਰਬੀਰ ਬਹਾਦਰ ਯੋਧੇ ਨੇ ਜਿਨ੍ਹਾਂ ਨੇ ਦੁਨੀਆ ਦਾ ਨਕਸ਼ਾ ਪਤਾ ਕਿਹੋ ਜਿਹਾ ਵੇਖਣਾ ਚਾਹਿਆ। ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਨੀ ਹੈ, ਸ਼ਹੀਦਾਂ ਦੀ ਗੱਲ ਕਰਨੀ ਹੈ, ਤਾਂ ਜ਼ਰਾ ਗੌਰ ਨਾਲ ਸਮਝਿਓ ਕਿ ਸ਼ਹੀਦੀਆਂ ਦਾ ਕਾਰਨ ਕੀ ਸੀ ਅਸਲ ਵਿੱਚ। ਇਹ ਸ਼ਹੀਦੀਆਂ ਹੋਈਆਂ ਕਿਉਂ? ਗੁਰੂ ਸਾਹਿਬ ਨੂੰ ਸਰਬੰਸ ਕੁਰਬਾਨ ਕਿਉਂ ਕਰਨਾ ਪਿਆ? ਗੁਰੂ ਸਾਹਿਬ ਨੂੰ ਆਪਣਾ ਪਿਤਾ ਦਿੱਲੀ ਵੱਲ ਤੋਰਨਾ ਪਿਆ? ਗੁਰੂ ਸਾਹਿਬ ਜੀ ਦੇ ਬਿਰਧ ਮਾਂ ਜਿਨ੍ਹਾਂ ਨੂੰ ਠੰਡੇ ਬੁਰਜ ਵਿੱਚੋਂ ਸ਼ਹੀਦੀ ਦੇਣੀ ਪਈ, ਇਹ ਧਿਆਨ ਦਿਓ, ਇਹ ਸਾਰੀਆਂ ਸ਼ਹੀਦੀਆਂ ਦੇ ਪਿੱਛੇ ਮੁੱਢ ਕੀ ਸੀ, ਕਾਰਨ ਕੀ ਸੀ? ਗੌਰ ਨਾਲ ਸਮਝਿਓ। ਦੁਨੀਆ ਦਾ ਨਕਸ਼ਾ ਚਿਤਰਿਆ ਭਗਤ ਰਵਿਦਾਸ ਜੀ ਨੇ ਕਿ ਦੁਨੀਆ 'ਚ, ਸੰਸਾਰ 'ਚ ਲੋਕ ਇੱਦਾਂ ਦੇ ਹੋਣੇ ਚਾਹੀਦੇ ਨੇ। ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਾਹੀ ਤੇ ਠਾਉ। ਬੇਗਮਪੁਰਾ ਜਿੱਥੇ ਕਿਸੇ ਨੂੰ ਕੋਈ ਗਮ ਨਾ ਹੋਵੇ, ਕੋਈ ਚਿੰਤਾ ਨਾ ਹੋਵੇ, ਕਿਸੇ ਨੂੰ ਝੋਰਾ ਨਾ ਹੋਵੇ, ਕਿਸੇ ਨੂੰ ਠੱਗੇ ਜਾਣ ਦਾ, ਕਿਸੇ ਨੂੰ ਲੁੱਟੇ ਜਾਣ ਦਾ, ਕਿਸੇ ਤੇ ਕੋਈ ਜ਼ੁਲਮ ਨਾ ਕਰੇ, ਐਸਾ ਮਾਹੌਲ ਜਿਹੜਾ ਭਗਤ ਰਵਿਦਾਸ ਸਾਹਿਬ ਜੀ ਨੇ ਵੇਖਣਾ ਚਾਹਿਆ ਕਿ ਐਸਾ ਮਾਹੌਲ ਦੁਨੀਆ ਦਾ ਹੋਣਾ ਚਾਹੀਦਾ, ਸੰਸਾਰ ਇਹੋ ਜਿਹਾ ਹੋਣਾ ਚਾਹੀਦਾ। ਅੱਗੇ ਤੋਂ ਅੱਗੇ ਚੱਲਦੀ ਹੋਈ ਲੜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਚ ਦਾ ਹੁੱਕਾ ਦਿੱਤਾ। ਜਿਸ ਵਕਤ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਜ਼ਿਕਰ ਕਰਦੇ ਤਾਂ
ਉਹ ਲਿਖਦੇ ਨੇ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਧਰਤ ਲੁਕਾਈ ਦਾ ਅਰਥ ਹੈ ਕਿ ਸਾਰੇ ਆਲੇ ਦੁਆਲੇ ਵਿੱਚ ਗੁਰੂ ਨਾਨਕ ਸਾਹਿਬ ਸੱਚ ਦੇਖਣਾ ਚਾਹੁੰਦੇ ਨੇ। ਇੱਕ ਸਮਾਂ ਉਹ ਵੀ ਆ ਗਿਆ ਜਦੋਂ ਭਾਰਤ ਦੀ ਧਰਤੀ ਤੇ ਧਾਰਮਿਕ ਸਥਾਨ ਢਹਿਣੇ ਆਰੰਭ ਹੋ ਗਏ। ਇਸ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੋਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ 4 ਜੰਗਾਂ ਲੜਨੀਆਂ ਪਈਆਂ ਜ਼ੁਲਮ ਦੇ ਵਿਰੁੱਧ, ਮਾਨਵਤਾ ਦੇ ਭਲੇ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ। ਔਰ ਚੱਲਦਾ ਹੋਇਆ ਸਫ਼ਰ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੱਕ ਗਿਆ। ਬੜਾ ਜ਼ੁਲਮ ਢਾਇਆ ਗਿਆ ਲੋਕਾਂ ਤੇ, ਬੜੇ ਬੜੇ ਕੀਮਤੀ ਮੰਦਰ ਜਿਹੜੇ ਢਹਿ ਢੇਰੀ ਕਰ ਦਿੱਤੇ, ਮਲਬਾ ਬਣਾ ਦਿੱਤੇ ਗਏ। ਔਰੰਗਜ਼ੇਬ ਨੇ ਆਪਣੇ ਰਾਜ ਵਿੱਚ ਆਖਿਆ ਕਿ ਜੇ ਕੋਈ ਨਗਾਰਾ ਵਜਾਉਂਦਾ ਹੈ ਜਾਂ ਕੋਈ ਘੋੜ ਸਵਾਰੀ ਕਰਦਾ ਹੈ ਜਾਂ ਕੋਈ ਤਖਤੋਂ ਤਾਜ, ਸਿਰ ਤੇ ਤਾਜ ਸਜਾਉਂਦਾ ਹੈ, ਤਖਤ ਤੇ ਬੈਠਦਾ ਹੈ, ਕਲਗੀ ਲਾਉਂਦਾ ਹੈ, ਉਹ ਮੇਰੇ ਰਾਜ ਵਿੱਚ ਕੋਈ ਇਦਾਂ ਦਾ ਨਹੀਂ ਰਹਿਣਾ ਚਾਹੀਦਾ। ਬੜੇ ਬੜੇ ਮੰਦਰ ਢਾਏ ਗਏ, ਜਨੇਊ ਲੱਥਣ ਲੱਗੇ, ਧਾਰਮਿਕ ਲੋਕ ਤੰਗ ਆ ਗਏ, ਦੁਖੀ ਹੋ ਗਏ। ਕਿ ਐਸੇ ਸਮੇਂ ਵਿੱਚ ਕਿਹੜਾ ਮਹਾਂਪੁਰਖ ਹੈ ਜਿਹੜਾ ਇਹੋ ਜਿਹੇ ਜ਼ੁਲਮ ਨੂੰ ਰੋਕੇ। ਇੱਕ ਸ਼ਬਦ ਆਪਾਂ ਪੜ੍ਹਦੇ ਆਏ ਹਾਂ, ਬਾਬੇ ਕੇ ਤੇ ਬਾਬਰ ਕੇ। ਬਾਬੇ ਕੇ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਤੋਂ ਅੱਗੇ ਉੱਤਰਾਧਿਕਾਰੀ, ਤੇ ਬਾਬਰ ਕੇ ਅੱਗੇ ਤੋਂ ਅੱਗੇ ਔਰੰਗਜ਼ੇਬ ਤੱਕ ਜਾ ਕੇ ਸਫ਼ਰ ਜਿਹੜਾ ਗੁਰੂ ਸਾਹਿਬ ਜੀ ਦੇ ਕਾਲ ਸਮੇਂ ਔਰੰਗਜ਼ੇਬ ਤੱਕ ਸਫ਼ਰ ਜਿਹੜਾ ਮੁੱਕਦਾ ਹੈ। ਚੇਤਾ ਰੱਖਿਓ ਇਸ ਗੱਲ ਦਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਮੇਂ ਦੀ ਗੱਲ ਕਰਦੇ ਆ ਤੇ ਉਸ ਵਕਤ ਬਾਬਰ ਨੂੰ ਕਹਿੰਦੇ ਆ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇਲਾ। ਇਹਦਾ ਅਰਥ ਕਿ ਉਹ ਵੀ ਜ਼ੁਲਮ ਕਰਦਾ ਸੀ ਨਾ, ਉਹ ਵੀ ਧੱਕਾ ਕਰਦਾ ਸੀ। ਤੇ ਉਹਦੀ ਫੌਜ ਨੂੰ, ਉਹਦੀ ਸੈਨਾ ਨੂੰ, ਉਹਦੀ ਭਾਰੀ ਮੁਲਖਈਏ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਪਾਪ ਦੀ ਜੰਜ ਆਖਦੇ ਨੇ। ਪਾਪ ਕੀ ਜੰਜ ਲੈ ਕਾਬਲੋਂ ਧਾਇਆ। ਹੁਣ ਜੇ ਆਪਾਂ ਅੱਗੇ ਤੋਂ ਅੱਗੇ ਚੱਲਦੇ ਇਤਿਹਾਸ ਨੂੰ ਵੇਖੀਏ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਮੇਂ ਕਿੰਨਾ ਜ਼ੁਲਮ ਤੇ ਤਸ਼ੱਦਦ ਔਰੰਗਜ਼ੇਬ ਨੇ ਕੀਤਾ। ਇੱਥੋਂ ਤੱਕ ਆਪਣੀ ਭੈਣ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਬਾਪ ਨੂੰ ਵੀ ਨਹੀਂ ਉਹਨੇ ਬਖਸ਼ਿਆ। ਏਡਾ ਕੱਟੜ ਸੋਚ ਦਾ ਮਾਲਕ ਸੀ ਉਹ, ਇੰਨੀ ਖਤਰਨਾਕ ਬਿਰਤੀ ਦਾ ਮਾਲਕ ਸੀ ਉਹ। ਉਹਨੇ ਆਪਣੇ ਪਰਿਵਾਰ ਨੂੰ ਨਹੀਂ ਛੱਡਿਆ, ਪਰਿਵਾਰ ਤੇ ਵੀ ਜ਼ੁਲਮ ਕਰਨ ਤੋਂ ਉਹਨੇ ਗੁਰੇਜ਼ ਨਹੀਂ ਕੀਤਾ। ਫਿਰ ਐਸੇ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕਸ਼ਮੀਰ ਤੋਂ ਸਿਆਣੇ ਸੂਝਵਾਨ ਤੇ ਵਿਚਾਰਵਾਨ ਪੰਡਤਾਂ ਦਾ ਇੱਕ ਵਫਦ, ਜਿਹੜੇ ਪੂਰੇ ਭਾਰਤ ਦੇ ਪੰਡਤ ਬਹੁਤ ਸਿਆਣੇ ਤੇ ਸੂਝਵਾਨ ਸਨ। ਪੰਡਤ ਸ਼ਬਦ ਉਹਨਾਂ ਵਾਸਤੇ ਵਰਤਿਆ ਜਾਂਦਾ ਜਿਹੜੇ ਵਿਚਾਰਵਾਨ ਹੋਣ, ਜਿਹੜੇ ਆਪਣੀ ਕੌਮ ਦੀ ਅਗਵਾਈ ਕਰਨ ਵਾਲੇ ਹੋਣ। ਇਹ ਵਫਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਇਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਿਤਾ ਨੂੰ ਤੋਰ ਦਿੱਤਾ। ਇਹ ਮੈਂ ਬੇਨਤੀ ਕਰ ਰਿਹਾ ਸੀ, ਸ਼ਹੀਦੀਆਂ ਦਾ ਕਾਰਨ ਕੀ ਹੈ? ਇਹਨਾਂ ਸ਼ਹੀਦੀਆਂ ਦੇ ਪਿੱਛੇ ਕੀ ਕਾਰਨ ਹੈ? ਬੰਦਾ ਜਦੋਂ ਲੜਦਾ ਹੈ ਨਾ ਆਪਣੇ ਸਮੇਂ ਦੇ ਵਿੱਚ ਜਾਂ ਬੁਢਾਪੇ ਦੇ ਵਿੱਚ, ਚਾਹੇ ਉਹ ਜਵਾਨੀ ਵਿੱਚ ਹੋਵੇ, ਚਾਹੇ ਉਹ ਬਚਪਨ ਹੋਵੇ, ਤੇ ਬਚਪਨ ਦੇ ਵਿੱਚ ਵੀ ਜਦੋਂ ਬੱਚੇ ਲੜਦੇ ਨਾ ਕਿਸੇ ਚੀਜ਼ ਤੋਂ ਲੜਦੇ, ਉਹ ਆਪਣੇ ਵੱਲ ਖਿੱਚਦੇ ਵੀ ਮੇਰੀ ਹੈ, ਦੂਜਾ ਕਹਿੰਦਾ ਮੇਰੀ ਹੈ। ਨੌਜਵਾਨ ਵੀ ਲੜਦੇ ਨੇ, ਬਜ਼ੁਰਗ ਵੀ ਲੜਦੇ ਨੇ, ਕੁਝ ਨਾ ਕੁਝ ਆਪਣੇ ਹਿੱਤਾਂ ਵਾਸਤੇ ਲੜਦੇ ਨੇ, ਨਿੱਜੀ ਹੱਕਾਂ ਵਾਸਤੇ ਲੜਦੇ ਨੇ, ਆਪਣੇ ਮਨੋਰਥ ਵਾਸਤੇ ਲੜਦੇ ਨੇ। ਤੇ ਜਿਸ ਵਕਤ ਆਪਾਂ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਪੜ੍ਹ ਕੇ ਵੇਖਾਂਗੇ ਨਾ, ਗੁਰਮੁਖੋ ਕਿਤੇ ਵੀ ਆਪਣੇ ਨਿੱਜੀ ਹਿੱਤਾਂ ਵਾਸਤੇ ਲੜਾਈਆਂ ਨਹੀਂ ਲੜੀਆਂ ਗਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਲੜਨੀਆਂ ਪਈਆਂ ਉਹਨਾਂ ਨੂੰ, ਮੁਗਲ ਹਕੂਮਤ ਦੇ ਨਾਲ, ਪਹਾੜੀ ਰਾਜਿਆਂ ਦੇ ਨਾਲ 14 ਜੰਗਾਂ ਲੜੀਆਂ। ਤੇ 14 ਜੰਗਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਗੁਰੂ ਸਾਹਿਬ ਜੀ ਦੀ ਕਿਤੇ ਵੀ ਲੜਾਈ ਨਾ ਕਿਲਿਆਂ ਦੀ, ਨਾ ਧਨ ਦੀ, ਨਾ ਜ਼ਮੀਨ ਦੀ, ਨਾ ਪ੍ਰਾਪਰਟੀ ਦੀ। ਸਤਿਗੁਰੂ ਮਹਾਰਾਜ ਜ਼ੁਲਮ ਦਾ ਖਾਤਮਾ ਕਰਨਾ ਚਾਹੁੰਦੇ ਨੇ, ਤੇ ਜ਼ੁਲਮ ਦਾ ਖਾਤਮਾ ਕਰਕੇ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਦੇ ਗਲੋਂ ਗੁਲਾਮੀ ਦਾ ਜੂੜਾ ਲਾ ਕੇ ਤੇ ਉਹਨਾਂ ਨੂੰ ਬਣਦੇ ਹੱਕ ਦੇ ਕੇ ਤੇ ਆਜ਼ਾਦ ਜੀਵਨ ਦੇਣਾ ਚਾਹੁੰਦੇ ਨੇ। ਜਿਸ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੰਡੇ ਬਾਟੇ ਦੀ ਪੌਲ ਤਿਆਰ ਹੁੰਦੀ ਹੈ ਨਾ ਸਾਧ ਸੰਗਤ, ਉਸ ਦਿਨ ਦੱਬੇ ਕੁਚਲੇ ਲੋਕ ਜਿਹੜੇ ਉਸ ਵਕਤ ਉੱਚ ਜਾਤੀਏ ਲੋਕਾਂ ਵੱਲੋਂ ਦੁਰਕਾਰੇ ਗਏ, ਜਿਹੜੇ ਦੁਰਕਾਰ ਦਿੱਤੇ ਗਏ ਸੀ, ਜਿਨ੍ਹਾਂ ਨੂੰ ਪਿੱਛੇ ਕਰ ਦਿੱਤਾ ਗਿਆ ਸੀ ਵੀ ਤੁਸੀਂ ਕਿਸੇ ਕੰਮ ਦੇ ਨਹੀਂ, ਗੁਰੂ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਸੀਨੇ ਨਾਲ ਲਾਇਆ। ਖੰਡੇ ਬਾਟੇ ਦੀ ਪੌਲ ਤਿਆਰ ਹੋਈ, ਇੱਕ ਪੰਗਤ ਵਿੱਚ ਬੈਠ ਕੇ ਸਭਨਾਂ ਨੇ ਪ੍ਰਸ਼ਾਦਾ ਛਕਿਆ। ਗੁਰੂ ਕਾ
ਲੰਗਰ ਛਕਿਆ। ਆਨੰਦਪੁਰ ਸਾਹਿਬ ਦੀ ਧਰਤੀ ਦੀਆਂ ਰੌਣਕਾਂ ਪਹਾੜੀ ਰਾਜਿਆਂ ਤੋਂ ਵੀ ਜਰਨਾ ਹੋਈਆਂ। ਉਹਨਾਂ ਨੇ ਸੋਚਿਆ ਵੀ ਗੁਰੂ ਨੇ ਤਾਂ ਅਸੀਂ ਜਿਨ੍ਹਾਂ ਨੂੰ ਨੀਵੇਂ ਕਹਿੰਦੇ ਗੁਰੂ ਨੇ ਉੱਤੇ ਚੁੱਕ ਕੇ ਗਲ ਨਾਲ ਲਾ ਲਿਆ, ਸਾਡੇ ਬਰਾਬਰ ਕਰ ਦਿੱਤਾ। ਕੱਲ੍ਹ ਨੂੰ ਇਹ ਲੋਕ ਸਾਡੇ ਬਰਾਬਰ ਘੋੜ ਸਵਾਰੀਆਂ ਕਰਨਗੇ, ਇਹ ਲੋਕ ਨਗਾਰੇ ਖੜਕਾਉਣਗੇ, ਇਹ ਲੋਕ ਬਾਦਸ਼ਾਹਾਂ ਵਾਂਗੂ ਜਿਉਣਗੇ। ਪਰ ਜੇ ਐਸਾ ਹੋ ਗਿਆ ਤੇ ਸਾਡੀ ਮੁਕਤ ਨਹੀਂ ਰਹਿਣੀ, ਸਾਨੂੰ ਕੌਣ ਪੁੱਛੇਗਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹਨਾਂ ਨੂੰ ਤਾਂ ਬਰਾਬਰ ਸਾਡੇ ਲਿਆ ਕੇ ਖੜੇ ਕਰ ਦਿੱਤਾ। ਦੇਖੋ ਕਾਰਨ ਕੀ ਬਣਦੇ ਨੇ ਸ਼ਹੀਦੀਆਂ ਦੇ। ਦੂਜੀ ਗੱਲ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਕੋਈ, ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵੀ ਕੋਈ ਨਿੱਜੀ ਹਿੱਤਾਂ ਵਾਸਤੇ ਲੜਾਈ ਨਹੀਂ ਹੈ। ਉਧਰੋਂ ਪਹਾੜੀ ਰਾਜੇ ਨਫ਼ਰਤ ਕਰਦੇ ਨੇ, ਕਹਿੰਦੇ ਨੀਵੀਂ ਜਾਤਾਂ ਦੇ ਲੋਕਾਂ ਨੂੰ ਬਰਾਬਰ ਲੈਣ ਦਾ। ਉਧਰੋਂ ਔਰੰਗਜ਼ੇਬ ਪਹਾੜੀ ਰਾਜਿਆਂ, ਹਿੰਦੂ ਰਾਜਿਆਂ ਜਾਂ ਬਾਕੀ ਪਬਲਿਕ ਤੇ ਜ਼ੁਲਮ ਕਰ ਰਿਹਾ ਹੈ। ਸਤਿਗੁਰੂ ਮਹਾਰਾਜ ਖੜ ਜਾਂਦੇ ਨੇ, ਡਟ ਜਾਂਦੇ ਨੇ ਵੀ ਤੇਰੇ ਜ਼ੁਲਮ ਦਾ ਟਾਕਰਾ ਕਰਾਂਗੇ, ਭਾਵੇਂ ਸਾਨੂੰ ਆਪਣਾ ਆਪਾ ਕੁਰਬਾਨ ਕਰਨਾ ਪਵੇ। ਗੁਰੂ ਕੇ ਪਿਆਰਿਓ, ਜਿਸ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਤੁਸੀਂ ਯਾਦ ਕਰਦੇ ਅੱਜ ਸਾਰੇ ਬੈਠੇ ਹੋ ਨਾ, ਤੇ ਕਵੀ ਨੇ ਬੜਾ ਪਿਆਰਾ ਲਿਖਿਆ, ਉਹ ਕਹਿੰਦਾ ਵੀ ਭਾਰਤ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਇਸ ਦੇਸ਼ ਦੀ ਰੂਪ ਰੇਖਾ ਵਿਗੜ ਜਾਣੀ ਸੀ, ਇਹ ਇੱਥੋਂ ਦੇ ਹਾਲਾਤ ਵਿਗੜ ਜਾਂਦੇ ਜੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵਰਗਾ ਯੋਧਾ ਨਾ ਪੈਦਾ ਹੁੰਦਾ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਰ ਉਪਕਾਰਾਂ ਕਰਕੇ ਅੱਜ ਅਸੀਂ ਪੂਰੀ ਦੁਨੀਆ ਵਿੱਚ ਮਾਣ ਦੇ ਨਾਲ ਸਿਰ ਉੱਚਾ ਕਰਕੇ ਜੀਉ ਰਹੇ ਹਾਂ। ਤੇ ਇਕਬਾਲ ਨੇ ਬੜਾ ਸੋਹਣਾ ਲਿਖਿਆ, ਉਹ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੋਤੀ ਸਭ ਕੀ। ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਉਹ ਜਿਹੜੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਰਹੰਦ ਦੀਆਂ ਦੀਵਾਰਾਂ ਵਿੱਚ ਖੜੇ ਹੋਏ ਵੀ ਤੱਕ ਸਕਦੇ ਹੋ। ਇੱਕ ਬਿਰਧ ਮਾਂ ਹੈ 82 ਸਾਲ ਦੀ, ਜਿਹੜੀ ਠੰਡੇ ਬੁਰਜ ਵਿੱਚ ਬੈਠ ਕੇ ਕਹਿੰਦੀ ਫਤਿਹ ਸਿੰਘਾ ਕੱਲ ਨੂੰ ਤੇਰਾ ਪੇਪਰ ਹੈ ਪੁੱਤ। ਮਾਂ ਤਿਆਰੀ ਕਰਵਾਉਂਦੀ ਹੈ ਨਾ ਬੱਚੇ ਨੂੰ, ਪੇਪਰ ਹੈ ਪੁੱਤ ਕੱਲ ਨੂੰ ਤਿਆਰੀ ਹੈ ਤੇਰੀ, ਵੇਖੀ ਕਿਤੇ ਫੇਲ ਨਾ ਹੋ ਜਾਏ। ਬੱਚਾ ਪੜ੍ਹਦਾ ਹੈ, ਰਾਤ ਦਿਨ ਪੜ੍ਹਦਾ ਹੈ, ਰੋਜ਼ ਪੜ੍ਹਦਾ, ਫਿਰ ਵੀ ਮਾਂ ਕਹਿੰਦੀ ਕਿ ਕੱਲ ਨੂੰ ਤਿਆਰੀ ਕਰਕੇ ਜਾਈ ਪੁੱਤ। ਸਿਰ ਤੇ ਹੱਥ ਫੇਰਦੀ ਹੈ ਪੁੱਤ, ਮੱਥਾ ਚੁੰਮਦੀ ਹੈ, ਤੋਰਦੀ ਹੈ ਕਿ ਪੁੱਤ ਤੂੰ ਪੇਪਰ 'ਚੋਂ ਫੇਲ ਨਹੀਂ ਹੋਣਾ ਚਾਹੀਦਾ। ਆਹ ਕੈਸਾ ਪੇਪਰ ਹੈ ਜਿਸ ਪੇਪਰ ਬਾਰੇ ਮਾਂ ਤਿਆਰ ਕਰ ਰਹੀ ਹੈ, ਬਿਰਧ ਮਾਂ ਮਾਤਾ ਗੁਜਰ ਕੌਰ। ਠੰਡੇ ਬੁਰਜ ਵਿੱਚ ਬੈਠਿਆਂ ਮਾਂ ਨੇ ਤੋਰਨ ਲੱਗਿਆ ਫਤਿਹ ਸਿੰਘ ਦਾ ਮੱਥਾ ਚੁੰਮਿਆ, ਕਹਿੰਦੀ ਫਤਿਹ ਸਿੰਘ ਅੱਜ ਤੂੰ ਚੱਲਿਆ? ਕਹਿਣ ਲੱਗਾ ਮਾਂ ਹਾਂ। ਕਹਿੰਦੀ ਕੁਛ ਸ਼ਿਕਵਾ? ਦੇਖੋ ਸਾਡੇ ਘਰਾਂ 'ਚ ਵੀ 7 ਸਾਲ ਦੇ ਬੱਚੇ ਨੇ, 9 ਸਾਲ ਦੇ ਬੱਚੇ ਨੇ। 7 ਸਾਲ ਤੇ 9 ਸਾਲ ਦੇ ਬੱਚੇ ਸਾਡੇ ਘਰਾਂ ਵਿੱਚ ਵੀ ਹੈ। ਫਤਿਹ ਸਿੰਘਾ ਤੂੰ ਚੱਲਿਆ, ਵੇਖ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਜਾਣਾ ਹੈ। ਬੱਚਿਆ ਚੇਤੇ ਰੱਖੀਆਂ ਆਪਣੇ ਦਾਦੇ ਨੂੰ, ਚੇਤੇ ਰੱਖੀ ਪੜਦਾਦੇ ਨੂੰ, ਚੇਤੇ ਰੱਖੀ ਪੜਦਾਦੇ ਦੇ ਪਿਤਾ ਨੂੰ। ਦੇਖੋ ਪੀੜ੍ਹੀ ਕਿੱਥੋਂ ਚੱਲਦੀ ਹੈ, ਗੁਰੂ ਰਾਮਦਾਸ ਮਹਾਰਾਜ ਜੀ ਤੋਂ ਪੀੜ੍ਹੀ ਚੱਲਦੀ ਹੈ। ਗੁਰੂ ਰਾਮਦਾਸ ਪਿਤਾ ਮਹਾਰਾਜ, ਇਹਨਾਂ ਦੇ ਪੁੱਤਰ ਗੁਰੂ ਅਰਜਨ ਸਾਹਿਬ, ਗੁਰੂ ਅਰਜਨ ਸਾਹਿਬ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੁੱਤਰ ਨੇ ਗੁਰੂ ਤੇਗ ਬਹਾਦਰ ਸਾਹਿਬ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜ਼ੰਦਾਂ ਨੇ ਅੱਜ ਜਾਣਾ ਉਸ ਕਚਹਿਰੀ ਦੇ ਅੰਦਰ ਜਿੱਥੇ ਸਾਰੇ ਲੋਕ ਝੂਠੇ ਖੜੇ ਨੇ ਆਲੇ ਦੁਆਲੇ, ਜਿਨ੍ਹਾਂ ਦੇ ਵਿੱਚ ਇੱਕੋ ਹੀ ਸ਼ਖਸੀਅਤ ਜਿਹੜੀ ਹਾਂ ਦਾ ਨਾਰਾ ਮਾਰਨ ਵਾਲੀ ਹੈ, ਜਿਹੜੀ ਕਹਿੰਦੀ ਕਿ ਸ਼ਰਅ ਦੇ ਮੁਤਾਬਕ ਇਹ ਗਲਤ ਹੈ। ਮਾਸੂਮ ਬੱਚਿਆਂ ਨੇ ਉਸ ਕਚਹਿਰੀ ਅੰਦਰ ਜਾਣਾ। ਫਤਿਹ ਸਿੰਘ ਦਾ ਮੱਥਾ ਚੁੰਮ ਕੇ ਮਾਂ ਕਹਿੰਦੀ ਫਤਿਹ ਸਿੰਘਾ ਹੋ ਸਕਦਾ ਤੂੰ ਵਾਪਸ ਨਾ ਆਵੇਂ। ਤੇ ਫਤਿਹ ਸਿੰਘ ਨੇ ਤੋਤਲੀ ਦੀ ਜ਼ੁਬਾਨ ਦੇ ਨਾਲ ਜਵਾਬ ਦਿੱਤਾ, ਮਾਂ ਕੋਈ ਤੌਖਲਾ ਹੈ, ਮਾਂ ਕੋਈ ਸ਼ੰਕਾ ਹੈ? ਆਪੇ ਹੀ ਤੁਸੀਂ ਕਹਿੰਦੇ ਸੀ ਵੀ ਤੁਸੀਂ ਸੱਚ ਬੋਲਣਾ ਹੈ, ਭਾਵੇਂ ਸੱਚ ਬੋਲਦਿਆਂ ਜਾਨ ਵੀ ਚਲੀ ਜਾਵੇ, ਧਰਮ ਦੇ ਲੇਖੇ ਲੱਗ ਜਾਵੇ। ਤੇ ਮਾਂ ਅੱਜ ਤੁਸੀਂ ਸਾਨੂੰ ਤੋਰਨ ਲੱਗਿਆਂ ਇਹ ਕਹਿ ਰਹੇ ਹੋ ਕਿ ਫਤਿਹ ਸਿੰਘਾ ਵੀ ਕੋਈ ਮਨ ਵਿੱਚ ਸ਼ੰਕਾ ਹੋਵੇ ਤਾਂ ਸਾਂਝਾ ਕਰ ਲਵੇ। ਮਾਂ ਸ਼ੰਕਾ ਕਾਹਦਾ ਹੈ? ਤੁਸੀਂ ਆਪ ਹੀ ਸਾਨੂੰ ਬਾਣੀ ਦਾ ਪਾਠ ਪੜਾਉਂਦੇ ਸੀ, ਬੋਲੀਏ ਸੱਚ ਧਰਮ ਝੂਠ ਨਾ ਬੋਲੋ। ਸਾਧ ਸੰਗਤ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਮਾਂ ਤੁਸੀਂ ਕਹਿੰਦੇ ਹੋ ਬਾਬਾ ਫਰੀਦ ਸਾਹਿਬ ਦੀ ਬਾਣੀ ਕਹਿੰਦੀ ਕਿ ਝੂਠ ਨਹੀਂ ਬੋਲਣਾ, ਕਿ ਅਸੀਂ ਕਚਹਿਰੀ ਵਿੱਚ ਜਾ ਕੇ ਡੋਲ ਜਾਵਾਂਗੇ? ਤੇ ਕਵੀ ਨੇ ਬੜਾ ਸੋਹਣਾ ਸੁੰਦਰ ਨਕਸ਼ਾ ਚਿਤਰਿਆ ਉਸ ਗੱਲ ਦਾ ਕਿ ਜਦੋਂ ਸਾਹਿਬਜ਼ਾਦੇ ਸੂਬੇ ਵਜ਼ੀਰ ਖਾਨ ਦੇ ਸਾਹਮਣੇ ਗਏ ਨਾ, ਤੇ ਕਵੀ ਲਿਖਦਾ, ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ ਸਾਹਿਬਜ਼ਾਦਿਆਂ ਫਤਿਹ ਗਜਾ ਦਿੱਤੀ, ਸਤਿ ਸ੍ਰੀ ਅਕਾਲ ਦਾ ਮਾਰ ਨਾਰਾ ਤੇ ਤਸਬੀਹ ਕਾਜੀ ਦੇ ਹੱਥੋਂ ਛੁਡਾ ਦਿੱਤੀ।
ਵੇਖੋ ਧਰਮ ਦੀ ਮਾਲਾ ਫੇਰਨ ਵਾਲਾ, ਧਰਮ ਨੂੰ ਚਿਹਤੇ ਕਰਨ ਵਾਲਾ। ਮੈਂ ਅਰਜ਼ ਕੀਤੀ ਸੀ ਦਿਖਾਵੇ ਦਾ ਧਰਮ ਨਹੀਂ ਹੁੰਦਾ। ਧਰਮ ਉਹ ਹੁੰਦਾ ਜਿੱਥੇ ਸੱਚਾਈ ਹੋਵੇ, ਧਰਮ ਉਹ ਹੁੰਦਾ ਜਿੱਥੇ ਝੂਠੇ ਨੂੰ ਝੂਠਾ ਕਹਿਣ ਦੀ ਤੇ ਸੱਚੇ ਨੂੰ ਸੱਚਾ ਕਹਿਣ ਦੀ ਜੁਰਤ ਹੋਵੇ। ਇਹ ਸੱਚਾ ਹੈ, ਤੂੰ ਝੂਠਾ ਹੈ। ਪਰ ਜਿੱਥੇ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ, ਉਹਨੂੰ ਧਰਮ ਨਹੀਂ ਮੰਨਿਆ ਜਾਂਦਾ। ਉਹਨੂੰ ਧਰਮ ਨਹੀਂ ਮੰਨਿਆ ਜਾਂਦਾ। ਉਹਨੂੰ ਤਾਂ ਇਹ ਆਖਿਆ ਜਾਂਦਾ, ਕਾਲੇ ਆਈ ਕੁੱਤੇ ਮੂੰਹੀ ਖਾਜ ਹੁਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਪ੍ਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁਖੋਂ ਅਲਾਈ। ਉਹ ਤਾਂ ਧਰਮ ਉਹਨਾਂ ਰਾਜਿਆਂ ਦੇ ਅਧੀਨ ਕਰਕੇ ਚੱਲਦੇ ਨੇ। ਜਿਹੜੇ ਲੋਕ ਚਾਪਲੂਸ ਬਣ ਜਾਣ ਨਾ ਰਾਜਿਆਂ ਮਹਾਰਾਜਿਆਂ ਦੇ, ਉਹ ਕਦੇ ਧਰਮ ਦੀ ਗੱਲ ਨਹੀਂ ਕਰ ਸਕਦੇ। ਮਾਫ ਕਰਨਾ, ਗੁਲਾਮ ਬੰਦਾ ਹਮੇਸ਼ਾ ਆਪਣੀ ਸੋਚ ਵਿੱਚੋਂ ਗੁਲਾਮੀ ਦੀਆਂ ਗੱਲਾਂ ਕਰੇਗਾ। ਆਜ਼ਾਦ ਬੰਦਾ ਕਦੀ ਗੁਲਾਮੀ ਦੀ ਗੱਲ ਨਹੀਂ ਕਰੇਗਾ। ਉਹਨੂੰ ਭਾਵੇਂ ਸੂਲੀ ਤੇ ਚੜ੍ਹਨਾ ਪੈ ਜਾਵੇ, ਉਹਨੂੰ ਭਾਵੇਂ ਚਰਖੀਆਂ ਤੇ ਚੜ੍ਹਨਾ ਪੈ ਜਾਵੇ। ਜਿਸ ਦਿਨ ਭਾਈ ਤਾਰੂ ਸਿੰਘ ਲਾਹੌਰ ਲਿਜਾਇਆ ਗਿਆ ਨਾ, ਭਾਈ ਤਾਰੂ ਸਿੰਘ ਨੂੰ ਮੈਂ ਬੇਨਤੀ ਕਰਨ ਲੱਗਾ ਇਸ ਕਰਕੇ ਕਿ ਆਜ਼ਾਦ ਕੌਣ ਹੈ ਤੇ ਗੁਲਾਮ ਕੌਣ ਹੈ। ਭਾਈ ਤਾਰੂ ਸਿੰਘ ਨੂੰ ਪੁੱਛਿਆ ਗਿਆ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ, ਤਾਰੂ ਸਿੰਘਾ ਤੂੰ ਆਉਂਦੇ ਜਾਂਦੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ? ਕਹਿਣ ਲੱਗਾ ਹਾਂ। ਕਹਿੰਦੇ ਤੇਰਾ ਗੁਨਾਹ ਹੈ, ਤੁਹਾਡੀਆਂ ਨਜ਼ਰਾਂ 'ਚ ਗੁਨਾਹ ਹੋਵੇਗਾ, ਪਰ ਮੇਰੇ ਗੁਰੂ ਦਾ ਹੁਕਮ ਹੈ ਕਿ ਆਏ ਗਏ ਲੋੜਵੰਦ ਨੂੰ ਪ੍ਰਸ਼ਾਦਾ ਛਕਾਉਣਾ। ਜੇ ਤੇ ਪ੍ਰਸ਼ਾਦਾ ਛਕਾਉਣਾ ਹੀ ਗੁਨਾਹ ਹੈ, ਜੇ ਕਿਤੇ ਆਏ ਗਏ ਨੂੰ ਪ੍ਰਸ਼ਾਦਾ ਛਕਾਉਣਾ ਹੀ ਤੁਹਾਡੀਆਂ ਨਜ਼ਰਾਂ ਵਿੱਚ ਗੁਨਾਹ ਹੈ, ਤੇ ਐਸੇ ਗੁਨਾਹ ਮੈਂ ਨਿੱਤ ਕਰਦਾ ਰਵਾਂਗਾ। ਬਾਕੀ ਜੋ ਤੁਸੀਂ ਕਰਨਾ ਉਹ ਤੁਹਾਡੀ ਮਰਜ਼ੀ ਹੈ। ਇਹੋ ਜਿਹੇ ਗੁਨਾਹ ਕਰਨ ਲਈ ਮੈਂ ਰਾਤ ਦਿਨ ਤਤਪਰ ਹਾਂ। ਜੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਆਏ ਗਏ ਲੋੜਵੰਦ ਨੂੰ ਪ੍ਰਸ਼ਾਦਾ ਛਕਾਉਣਾ ਹੀ ਗੁਨਾਹ ਹੈ। ਤੇ ਗੌਰ ਨਾਲ ਸਮਝਿਓ ਸਾਧ ਸੰਗਤ ਇਸ ਗੱਲ ਨੂੰ। ਇਹਦਾ ਅਰਥ ਜਦੋਂ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਹਿੰਦਾ, ਭਾਈ ਤਾਰੂ ਸਿੰਘ ਨੂੰ ਫਤਵਾ ਜਾਰੀ ਹੁੰਦਾ ਹੈ ਨਾ, ਉਸ ਵਕਤ ਵੀ ਪਹਾੜੇ ਦਾ ਕਾਜੀ ਲਾਗੇ ਖਲੋਤਾ ਸੀ। ਉਸ ਵਕਤ ਵੀ ਪਹਾੜੇ ਦਾ ਕਾਜੀ ਜਿਹੜਾ ਕਿਰਾਏ ਤੇ ਲਿਆਂਦਾ ਹੋਇਆ ਸੀ ਕਿ ਰਾਜਿਆਂ ਦੇ ਮਹਾਰਾਜਿਆਂ ਦੇ ਦਰਬਾਰ ਵਿੱਚ ਅਧੀਨ ਰਹਿਣ ਵਾਲੇ ਲੋਕ, ਗੁਲਾਮ ਸੋਚ ਵਾਲੇ ਕਹਿੰਦੇ ਵੀ ਇਹਨੂੰ ਫਤਵਾ ਜਾਰੀ ਕਰੋ। ਆਜ਼ਾਦ ਸੋਚ ਵਾਲਾ ਕਹਿੰਦਾ ਵੀ ਇਹੋ ਜਿਹੇ ਗੁਨਾਹਾਂ ਦੀ ਸਜ਼ਾ ਮੈਂ ਭੁਗਤਣ ਲਈ ਤਿਆਰ ਹਾਂ। ਜੋ ਤੁਹਾਡੇ ਕੋਲ ਹੁੰਦਾ ਤੁਸੀਂ ਕਰ ਲਵੋ, ਪਰ ਮੈਂ ਇਹ ਗੁਨਾਹ ਨਿੱਤ ਕਰਦਾ ਰਵਾਂਗਾ। ਅਜਿਹੀ ਗੱਲ ਅਸੀਂ ਵੇਖਣੀਆਂ ਸਰਹੰਦ ਦੀਆਂ ਦੀਵਾਰਾਂ ਵਿੱਚ ਚਿਣੇ ਹੋਏ ਦੋ ਸਾਹਿਬਜ਼ਾਦਿਆਂ ਦੇ ਜੀਵਨ ਵਿੱਚੋਂ, ਜਿੱਥੇ ਸੂਬੇ ਵਜੀਦ ਖਾਨ ਦੀ ਕਚਹਿਰੀ ਵਿੱਚ ਖੜ ਕੇ ਉਹਨਾਂ ਨੇ ਫਤਿਹ ਦਾ ਨਾਅਰਾ ਲਾਇਆ ਜਦੋਂ, ਤੇ ਉਹ ਜਿਹੜਾ ਪਹਾੜੇ ਦਾ ਕਾਜੀ ਸੀ ਉਹਦੇ ਹੱਥੋਂ ਹੱਥ ਕੰਮਣ ਲੱਗੇ ਤੇ ਤਸਬੀਹ ਹੱਥੋਂ ਛੁੱਟ ਗਈ। ਹੱਥੋਂ ਤਸਬੀਹ ਛੁੱਟ ਗਈ। ਇਹ ਬੜੇ ਮਾਸੂਮ ਨੇ, ਨਿੱਕੀਆਂ ਨਿੱਕੀਆਂ ਜਿੰਦਾਂ ਨੇ, ਛੋਟੇ ਛੋਟੀਆਂ ਉਮਰਾਂ ਨੇ, ਤੇ ਇਰਾਦੇ ਕਿੱਡੇ ਦ੍ਰਿੜ ਬਣਾ ਕੇ ਬੈਠੇ ਨੇ। ਮਾਫ ਕਰਿਓ ਗੁਰੂ ਕੇ ਪਿਆਰਿਓ, ਇਹ ਕੌਮ ਉਸ ਵਕਤ ਪੈਰਾਂ ਤੇ ਖੜੀ ਹੋਵੇਗੀ ਜਦੋਂ ਸਾਡੀ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦਾ ਇਤਿਹਾਸ ਚੇਤੇ ਹੋਵੇਗਾ। ਸਾਡੇ ਨੌਜਵਾਨਾਂ ਨੂੰ ਬਾਬਾ ਅਜੀਤ ਸਿੰਘ ਵਰਗੇ ਬਣਨਾ ਆ ਜਾਵੇਗਾ, ਜੁਝਾਰ ਸਿੰਘ ਵਰਗੇ ਬਣਨਾ ਆ ਜਾਵੇਗਾ। ਕਵੀ ਅੱਲਾ ਯਾਰ ਖਾਂ ਯੋਗੀ ਨੇ ਬੜਾ ਸੋਹਣਾ ਲਿਖਿਆ, ਉਹਨੇ ਜ਼ਿਕਰ ਕੀਤਾ ਇਸ ਗੱਲ ਦਾ ਕਿ ਇਹ ਸ਼ਹੀਦੀਆਂ ਹੋਈਆਂ ਕਿਉਂ ਨੇ, ਸ਼ਹੀਦੀਆਂ ਦੇ ਪਿੱਛੇ ਕਾਰਨ ਕੀ ਸੀ। ਧਿਆਨ ਨਾਲ ਸਮਝਿਓ। ਉਹਨਾਂ ਬੜੇ ਪਿਆਰੇ ਨਜ਼ਮਾਂ ਲਿਖੀਆਂ ਨੇ, ਬਾ ਕਮਾਲ ਦੀਆਂ। ਜਿੱਤੇ ਪੜ੍ਹ ਕੇ ਵੇਖੋ, ਉਹਦਾ ਪੰਜਾਬੀ ਵਿੱਚ ਹੀ ਉਲੱਥਾ ਹੋ ਗਿਆ, ਅਰਥ ਕੀਤੇ ਹੋਏ ਨੇ, ਸਟੀਕ ਮਿਲ ਜਾਏਗੀ ਜੇ ਤੁਸੀਂ ਪੜ੍ਹਨਾ ਚਾਹੋਗੇ। ਤੇ ਕਵੀ ਅੱਲਾ ਯਾਰ ਖਾਂ ਜੋਗੀ ਲਿਖਦਾ, ਉਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਜਿਹੜੇ ਬੁੱਤ ਪ੍ਰਸਤ ਸਨ। ਬੁੱਤ ਪ੍ਰਸਤ ਦਾ ਮੀਨਿੰਗ ਬੁੱਤ ਪ੍ਰਸਤੀ ਕਰਨ ਵਾਲੇ, ਬੁੱਤਾਂ ਨੂੰ ਪੂਜਣ ਵਾਲੇ। ਤੇ ਉਸੇ ਸਮੇਂ ਦੇ ਵਿੱਚ ਬੁੱਤਾਂ ਨੂੰ ਢਾਉਣ ਵਾਲੇ ਵੀ ਬੜੇ ਸਨ, ਜਿਹੜੇ ਮੰਦਰ ਢਾਉਣ ਵਾਲੇ ਔਰੰਗਜ਼ੇਬ ਵਰਗੇ। ਹੁਣ ਉਹਨੇ ਆਪਣੇ ਢੰਗ ਨਾਲ ਕਾਵਿ ਰੂਪ ਵਿੱਚ ਲਿਖਿਆ, ਉਰਦੂ ਦੇ ਵਿੱਚ ਨਜ਼ਮਾਂ ਨੇ ਉਹ, ਤੇ ਉਹ ਇੱਕ ਸ਼ੇਰ ਦੇ ਵਿੱਚ ਬੜਾ ਪਿਆਰਾ ਲਿਖਿਆ। ਉਹ ਕਹਿੰਦਾ ਵੀ ਜ਼ੁਲਮ ਕੋ ਰੋਕਾ ਤੋਂ ਮੁਸਲਮਾਨ ਵਿਗੜ ਗਏ, ਜ਼ੁਲਮ ਕੋ ਰੋਕਾ ਤੋਂ ਮੁਸਲਮਾਨ ਵਿਗੜ ਗਏ। ਇਹ ਛੋਟੇ ਛੋਟੇ ਬੱਚਿਆਂ ਦੀ ਸ਼ਹੀਦੀ ਦਾ ਕਾਰਨ ਵੇਖੋ ਕਿੰਨਾ ਕਮਾਲ ਦਾ, ਕਿ ਜਿਹੜਾ ਜ਼ੁਲਮ ਰੋਕਣ ਲੱਗੇ ਤਾਂ ਉਦੋਂ ਮੁਸਲਮਾਨ ਵਿਰੋਧ ਵਿੱਚ ਖੜ ਗਏ। ਬੁੱਤੋਂ ਕੋ ਬੁਰਾ ਕਹਾ ਤੋਂ ਹਿੰਦੂ ਵਿਟਰ ਗਏ। ਜਿਹੜੇ ਉਸ ਵਕਤ ਬੁੱਤਾਂ ਨੂੰ ਪੂਜਣ ਵਾਲੇ ਸੀ ਨਾ, ਉਹ ਕਹਿੰਦੇ ਲਓ ਜੀ ਇਹ ਤਾਂ ਸਾਨੂੰ ਬੁੱਤ ਪ੍ਰਸਤ ਕਹਿੰਦੇ ਨੇ। ਅੱਜ ਵੀ ਤਾਂ ਬਾਣੀ 'ਚ ਲਿਖਿਆ ਪੜ੍ਹਦੇ ਨਾ ਆਪਾਂ ਵੀ ਮੜੇ ਮਸਾਣ ਨਾ ਜਾਈ, ਤੇ ਕਿਧਰੇ ਤੂੰ ਮੜੀਆਂ ਮਸਾਣਾ ਤੇ ਮੱਥੇ ਨਾ ਟੇਕਦਾ ਫਿਰੀ, ਕਬਰਾਂ ਨਾ ਪੂਜਦਾ ਫਿਰੀ, ਮਰਿਆਂ ਨੂੰ ਨਾ ਮੱਥੇ ਟੇਕਦਾ ਫਿਰੀ। ਅੱਜ ਵੀ ਬਹੁਤ ਗਿਣਤੀ ਲੋਕ ਐਸੇ ਨੇ ਵੀ ਜਿਹੜੇ ਮਿਰਤੂ ਨੂੰ ਨਮਸਕਾਰਾਂ ਕਰਨ ਲੱਗ ਪੈਂਦੇ ਨੇ, ਮਰਿਆਂ ਦੇ ਪਾਸੇ ਜਾ ਕੇ ਤੇ ਉਹਨੂੰ ਮੱਥੇ ਟੇਕੀ ਜਾਂਦੇ ਨੇ। ਨਹੀਂ, ਇੱਥੇ ਤਾਂ ਗੁਰਮਤਿ ਦੇ ਵਿੱਚ ਤਾਂ ਇਹ ਸਿਧਾਂਤ ਨਹੀਂ।
बुतों को बुरा कहा तो हिंदू बिटर गए। ते अगली गल जी कहने भी जब तेगा निकाला हमने सब जोश चढ़ गए। जदों तेग निकाली तो उस वक्त जिन्ने लोग अपने आप को जुल्म करने वाले जां कहंदे सी कि असीं तुहाडी विचार नाल सहमत नहीं है, उस वक्त वो भी विचार नाल सहमत होण लई तैयार हो गए। पर अंदर खाते उन्होंने भी किते ना किते गुरु साहब जी के विरोध करन तो गुरेज नहीं किया। देखो पहाड़ी राजे जिन्हां ने एक समय आके गुरु घर में फरियादां भी कीतियां, पर दूजा वक्त यह भी आया कि वह गुरु साहब जी के विरोध में खड़ गए। दूजा वक्त यह भी है कि पहाड़ी राजियां ने सब तो वध रज के विरोध किया गुरु साहब जी का। ते उन्होंने गुरु घर के वजीरां नूं वेखो, सुनो, पढ़ो उन्हां दी गल नूं, लिखतां नूं पढ़ो उन्हां दियां नूं, जिहड़े उस समय के समकाली कवि ने जां फिर बाद में जिन्होंने इतिहास दियां सतरां नूं लिखिया, गुरु प्यारियां दा लिखिया होया वो इतिहास, वो सतरां नूं कदे पढ़ के वेखो। वो लिखते हैं कि माँ ने जदों बच्चों को तोरिया, साहबजादे सूबा वजीद खान की कचहरी में आए, डोले ने बड़े डरावे दिते गए, बड़ा धमकाया गया, तुहाडे पिता नूं शहीद कर दिता, तुहाडे भराता शहीद हो गए, हुण तुसीं किधर जाओगे और तुसीं साडे वांग इस्लाम कबूल कर लवो, ये भी आख्या गया। साहबजादियां ने उस बिरध मां की दिती सिक्ख्या, साडे घरां च भी बजुर्ग मातावां ने, माफ करियो, मां का बहुत बड़ा रोल होंदा बच्चे के जीवन को सुधारन दे लई। मां सब तो पहला अध्यापक है बच्चे का। मां भावें कि पिता की भी बराबर की जिम्मेवारी है। गुरु के प्यारिओ, सब तो बड़ा रोल है मां का। और मां घर में बिरध मां गुजर कौर वर्गी होगी ना तो अवश्य बच्चे साहबजादियां वर्गे होंगे। पर जिथे माहौल नहीं ना है साध संगत, वो सोच तो ही बागी हो जाते, सिद्धांतां तो ही उल्ट पासे चलिया जाता। अज छोटे छोटे बच्चे दोबारा साडी कौम की पनीरी जिहड़ी इस पासे नूं तुरी है दोबारा। अज मैं परसों ही पंजाब प्रोजैक्ट एजुकेट विंग जिहड़ा बनिया, उन्होंने 700-800 बच्चे का उन्होंने ऑनलाइन कैंप चलता है। वो छोटे छोटे बच्चे आला दर्जे के सवाल पूछते हैं, साहबजादियां नूं शहीद क्यों किया गया, साहबजादियां की शहीदी किवें हुई, साहबजादियां का गुनाह की सी, साहबजादियां ने किस वास्ते दीवारां विच खड़ना अपने आप को कबूल कर लिया। और गुरु के प्यारे उत्थे जवाब बड़ा प्यारा भी आप अरदास विच पढ़ते हैं ना, जिन्हां सिंघां सिंगड़ियां ने धर्म हेत सीस दिते, बंद बंद कुटाए, खोपरियां लुहाइयां, चरखियां ते चढ़े, आरियां नाल चराए गए, गुरद्वारियां दी सेवा लई कुर्बानियां कीतियां, धर्म बोलो साध संगत धर्म। ये अरदास के दोवें बोल चेते रखियो कि धर्म हेत सीस दिते ते धर्म नहीं हारिया, धर्म नूं प्यार करदे उन्हां अपना आपा कुर्बान कर दिता, पर धर्म वाला पक्ष तो जेतू रहे। जेतू अज भी अमर है, अज भी जिउंदे ने, अज भी उन्होंने याद करते हैं कि साहबजादियां नूं अरदास विच गुरु कलगीधर पातशाह जी के साहबजादियां का नाम आउंदा है। बाकी गुरु साहबान दे भी तां भावें साहबजादे सन, पर सब तो छोटी उम्र के इन्हां शहीदां नूं अरदास के बंद विच याद किया जाता है। पंजां प्यारियां, चौहां साहबजादियां, 40 मुक्तियां हठियां, जपियां तपियां, जिन्हां नाम जपिया वंड के छकिया, देग चलाई तेग वाही, देख के अणविठ किया, तिन्हां प्यारियां सचियारियां की कमाई का ध्यान धर के खालसा जी बोलो जी वाहेगुरू। असीं वाहेगुरू बोलते इन्हां की कमाई नूं चेते करके। खैर, सरहंद की वो धरती जिस धरती तो कदे कोई अपने घर में मिट्टी नहीं सी लैके जाता, वो कहते सी भी इस मिट्टी ते खून डुलिया साहबजादियां दा। फिर थोड़े समय बाद जो रेल का ट्रैक उधर दी लंघाया गया, वो मलबा चुक के रेल के ट्रैक ते पाया गया। ध्यान ना समझो साध संगत, ये सरहंद की वो धरती है जिथे छोटे छोटे साहबजादियां ने अपनियां हड्डियां दा रोड़ी ते खून मिज दा गारा ला के ते सिੱਖੀ दे महल नूं सारिया सी। ये सरहंद की धरती है। ते कवि अल्लाह यार खान जोगी लिखदा भी जदों इन्हां साहबजादियां नूं दीवार विच चिणिया गया ना, बड़ा प्यारा शेर लिखिया, ठोडी तक ईंटें चिणदी गई, मुंह तक आ गई, बीणी को टांपते वो आंखों पे छा गई। ते आखिरी गल कही है, जोगी जी इसके बाद हुई थोड़ी देर सी, बस्ती सरहंद शहर की ईंटों का ढेर थी।
ਇਹ ਕੌਣ ਸੀ ਇੱਟਾਂ ਦਾ ਢੇਰ ਕਰਨ ਵਾਲਾ? ਬੰਦਾ ਸਿੰਘ ਬਹਾਦਰ, ਜਿਸ ਯੋਧੇ ਨੇ ਸਾਨੂੰ ਜ਼ਮੀਨਾਂ ਦੇ ਕੇ ਆਜ਼ਾਦ ਕੀਤਾ, ਜਿਹਨੇ ਬਣਦੇ ਅਧਿਕਾਰ ਦੇ ਕੇ ਆਜ਼ਾਦ ਕੀਤਾ, ਜਿਹੜਾ ਸਿੱਖ ਰਾਜ ਦਾ ਮੋਢੀ ਯੋਧਾ ਪੈਦਾ ਹੋਇਆ, ਉਸ ਹੀਰੋ ਬਾਰੇ ਸਾਡੇ ਬੱਚਿਆਂ ਨੂੰ ਨਾ ਦੱਸਿਆ ਗਿਆ, ਨਾ ਨੌਜਵਾਨਾਂ ਨੂੰ ਦੱਸਿਆ ਗਿਆ। ਕਮਜ਼ੋਰੀ ਇਹ ਰਹਿ ਗਈ। ਪਰ ਗੁਰੂ ਕੇ ਪਿਆਰਿਓ, ਆ ਜਿਹੜੇ ਨਕਲੀ ਹੀਰੋ ਨੇ ਨਾ, ਉਹਨਾਂ ਬਾਰੇ ਸਾਡੇ ਬੱਚੇ ਬਹੁਤ ਜਾਣਦੇ ਨੇ। ਭੈਣਾਂ ਸੀਰੀਅਲ 30 ਦਿਨਾਂ ਦਾ ਸੀਰੀਅਲ ਲਗਾਤਾਰ ਵੇਖ ਕੇ ਸਟੋਰੀ ਸੁਣਾ ਦਿੰਦੀਆਂ ਨੇ। 3 4 ਘੰਟੇ ਦੀ ਪਿਕਚਰ ਵੇਖ ਕੇ ਬੰਦਾ ਸਟੋਰੀ ਸੁਣਾ ਦਿੰਦਾ ਹੈ। ਪਰ ਯਾਦ ਰੱਖਿਓ, ਆਨੰਦਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਤੇ ਸਰਹੰਦ ਤੱਕ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਤੇ ਜਨਮ ਦਿਨ ਤੋਂ ਲੈ ਕੇ ਸ਼ਹੀਦੀ ਦਿਨ ਤੱਕ ਕਿਸੇ ਬੱਚੇ ਨੂੰ ਪੁੱਛ ਲਓ, ਕਿਸੇ ਨੌਜਵਾਨ ਨੂੰ ਪੁੱਛ ਲਓ, ਬੜੇ ਭਾਗਾਂ ਵਾਲੇ ਪਰਿਵਾਰ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਯਾਦ ਕਰਵਾਇਆ ਹੋਵੇਗਾ। ਨਹੀਂ ਤੇ ਬਹੁ ਗਿਣਤੀ ਨੂੰ ਤਾਂ ਆਪ ਨਹੀਂ ਪਤਾ। ਉਹ ਤਾਂ ਇਹੋ ਹੀ ਕਹਿੰਦੇ ਕਿ ਇੱਕ ਦਿਨ ਆਉਂਦਾ ਦਸੰਬਰ ਮਹੀਨੇ ਦੇ ਆਖਰੀ ਹਫ਼ਤੇ। ਛੋਟੇ ਛੋਟੇ ਬੱਚਿਆਂ ਨੂੰ ਕੱਲ੍ਹ ਦਾ 25 ਦਸੰਬਰ ਦਾ ਦਿਨ ਯਾਦ ਹੈ, ਕ੍ਰਿਸਮਸ ਡੇ। ਹਰ ਬੱਚੇ ਦੀ ਜ਼ੁਬਾਨ ਤੇ ਚੇਤੇ ਹੈ ਉਹ 25 ਦਸੰਬਰ ਦਾ ਦਿਨ, ਉਹਨਾਂ ਨੂੰ ਚੇਤੇ ਹੈ। ਉਹ ਜਾਣਦੇ ਨੇ ਕਿ ਅੱਜ ਦੇ ਦਿਨ ਕੀ ਹੋਇਆ ਸੀ। ਤੇ ਮਾਫ ਕਰਿਓ ਗੁਰੂ ਕੇ ਪਿਆਰਿਓ, ਕਦੀ ਅਸੀਂ ਵੀ ਧਿਆਨ ਨਹੀਂ ਦਿੱਤਾ ਕਿ ਨਾ ਸਕੂਲਾਂ ਦੇ ਵਿੱਚ ਕਵਿਤਾ ਪੜ੍ਹਾਈ ਜਾਂਦੀ ਸੀ ਬੱਚਿਆਂ ਨੂੰ, ਪੋਇਮ ਛੋਟੀ ਜਿਹੀ ਪੜ੍ਹਾਉਂਦੇ ਸੀ। ਇੱਕ ਸਾਡਾ ਸੁਭਾਅ ਹੈ ਕਿ ਸਾਡਾ ਬੱਚਾ ਪੋਇਮ ਬੋਲਣ ਲੱਗ ਪਵੇ ਨਾ, ਛੋਟਾ ਜਿਹਾ ਤੋਤਲੀ ਦੀ ਜ਼ੁਬਾਨ ਨਾਲ, ਅਸੀਂ ਕਹਿੰਦੇ ਜੋ ਬੋਲਦਾ ਬੋਲੀ ਜਾਣ ਲਈ। ਪਰ ਇਹ ਨਹੀਂ ਵੇਖਦੇ ਉਹਦੇ ਅਰਥ ਕੀ ਬਣਦੇ ਨੇ। ਇਹ ਵੱਡਾ ਹੋ ਕੇ ਇਹਨੂੰ ਕਿਤੇ ਇਹਨੂੰ ਦ੍ਰਿੜ ਨਾ ਕਰ ਲਵੇ, ਪੱਕਿਆਂ ਨਾ ਕਰ ਲਵੇ। ਉਹ ਪੋਇਮ ਪੜ੍ਹਦੇ ਸੀ ਬੱਚੇ, ਟੌਮ ਟੌਮ ਜ਼ੈਰੀ, ਮਿਸ ਮਿਸ ਮੈਰੀ। ਮਿਸ ਮੈਰੀ ਕੌਣ ਸੀ, ਇਹਦੇ ਬਾਰੇ ਪਤਾ ਕਰੀਏ ਆਪਾਂ ਵੀ ਕੌਣ ਸੀ। ਕੱਲ੍ਹ ਦੇ ਦਿਨ ਬੱਚਿਆਂ ਨੇ ਬੜੀ ਪੜ੍ਹੀ ਹੋਏਗੀ ਇਹ ਕਵਿਤਾ। ਤੇ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ, ਉਦੋਂ ਮਿਸ ਮਿਸ ਮੈਰੀ ਕਰਦੇ ਹੋਣ ਸਾਡੇ ਬੱਚੇ, ਤਾਂ ਅਫਸੋਸ ਹੈ, ਬਦਕਿਸਮਤੀ ਹੈ ਕਿ ਇਹ ਕੌਮ ਕਿਤੇ ਨਾ ਕਿਤੇ ਲੀਹੋਂ ਲੱਥੀ ਹੋਈ ਗੱਡੀ ਵਰਗੀ ਹੈ। ਵੀ ਜਿਹੜੀ ਗੱਡੀ ਲੀਹ ਤੋਂ ਲੱਥ ਗਈ ਨਾ, ਉਹ ਹਮੇਸ਼ਾ ਪਲਟੇਗੀ। ਪਰ ਇਹ ਕੌਮ ਸਿਧਾਂਤਾਂ ਤੋਂ ਕਿਤੇ ਨਾ ਕਿਤੇ ਪਲਟ ਰਹੀ ਹੈ। ਗੁਰੂ ਕੇ ਪਿਆਰਿਓ, ਆਓ ਜਿੱਥੇ ਉਹਨਾਂ ਨੂੰ ਚੇਤੇ ਕਰ ਰਹੇ ਹਾਂ, ਸੂਰਬੀਰ ਯੋਧਿਆਂ ਨੂੰ, ਜਿਨ੍ਹਾਂ ਨੇ ਆਪਣੇ ਬਾਰੇ ਆਪਾਂ ਕੁਰਬਾਨ ਕਰਕੇ, ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ, सिक्खी की है नीम सरों पे उठा चले, गुरियाई का किस्सा जहां से बना चले, गद्दी और तख्त ताजो कौम पावेगी, जालमों का निशान तक मिटावेगी। जदों जदों जुल्म होवेगा ना, तो यह कौम जालमां दा निशान मिटाउण वास्ते तैयार होवेगी। ये उन्हां योधियां दी गल है, उन्हां सूरबीरां दी गल है। उन्हां धर्म नहीं हारिया, धर्म ये तसीर दिते ने। आओ धर्म नूं जीवन का अंग बनाइए, हिस्सा बनाइए, किते दिसदे ही ना रह जाइए। धर्मी धर्मी बनना भी सीख लीए। धर्मी दिसना तो बहुत सौखा है, पर धर्मी बनना बहुत औखा है। गुरु के प्यारों, दस्तार सोहनी सजा लेनी बड़ी सौखी है, पर दस्तार का मुल तारना बहुत औखा है। किवें मिली है, ये बारे जानना चाहिए है। ये दस्तार अज सिर का ताज है तो क्यों है, ये थोड़ा जिहा सवाल करके देखिए अपने आप को। गुरु रहमत करे, जिथे आप सरबा संगतां ने ये नेक उपराला किया, उन्हां बहादुर योधियां नूं याद किया है, जिन्हां ने सरबंस वार के, परिवार वार के, अपने पुत्तां तो प्यारे सिख वार के ते सानूं जीवन का ढंग दिता। ऐसे गुर को बल बल जाइए, आप मुकत मोहित हारे। वडभागी ने जिहड़े ऐसे गुरु नूं चेते करदिआं अज साध संगत विच जुड़ के बैठे हो। गुरु रहमत करे, आप सबनां नूं ये बेनती है, अपने परिवारां च बच्चिआं नूं उन्हां साहिबजादिआं दे जीवन तो जाणू करवाइए, नौजवानां नूं जाणू करवाइए ये शहीदियां होईआं क्यों। असल विच सच ते झूठ की टक्कर शुरू तो चलती आई है। रात चानण का विरोध करती है, झूठ सच का विरोध करता है। इस तरह बुरा भले का विरोध करता रहेगा, पर भले दे विच करड़ियाई होनी चाहिए है, दृढ़ता होनी चाहिए है, सच्चाई होनी चाहिए है। गुरु पातशाह कृपा करन आप सरबत संगतां दा बहुत बहुत गुरमत ज्ञान मिशनरी कॉलेज लुधियाना वालों तहे दिलों धन्नवाद। प्रबंधक वीरां दा जिन्हां ने ये बहुत नेक उपराला किया, उन्हां दा भी बहुत बहुत धन्नवाद। सारी संगत दा फिर तो धन्नवाद। शुक्र मालक दा। भुल्लां मेरियां फतेह प्रवान करो। आखो जी वाहिगुरू जी का खालसा, वाहिगुरू जी